ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਸਮਝਾਉਂਦੇ ਵੀ ਇਹ ਇੱਕ ਖੇਲ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਇਹ ਖੇਲ ਰਚੀ ਹੈ। ਹੁਣ ਖੇਲਣ ਵਾਸਤੇ ਸਾਡਾ ਜਿਹੜਾ ਮਨ ਹੈ, ਇਹ ਖਿਡਾਰੀ ਹੈ, ਇੱਧਰ ਇਸ ਲੋਕ ਵਿੱਚ ਖੇਲਣ ਲਈ ਆਉਂਦਾ। ਖੇਲ ਕੀ ਚੱਲਦਾ ਹੈ, ਕਿਵੇਂ ਖੇਲ ਇਹ ਤਿਆਰ ਕੀਤਾ ਕਿ ਸਾਨੂੰ ਫਿਰ ਉਹ ਖੇਲ ਦੀ ਜਾਣਕਾਰੀ ਦਿੰਦੇ ਬਈ ਕਿਵੇਂ ਜਿਹੜਾ ਸਰੀਰ ਹੈ, ਸਰੀਰ ਤਿਆਰ ਹੋਏ, ਫਿਰ ਇਹਦੇ ਵਿੱਚ ਕਿਹੜਾ ਪਰਿਵਾਰ ਵਸਾਇਆ, ਕਿ ਮਨ ਦਾ ਕਿੱਥੋਂ ਜਨਮ ਹੋਇਆ, ਤੇ ਮਨ ਨੂੰ ਜਨਮ ਤੋਂ ਬਾਅਦ ਫਿਰ ਕੀ ਟ੍ਰੇਨਿੰਗ ਦਿੱਤੀ ਜਾਂਦੀ, ਫਿਰ ਕਿਵੇਂ ਇਹਨੂੰ ਤਨ ਦੇ ਕਾਇਆ ਦੇ ਨਾਲ ਜੋੜਿਆ ਜਾਂਦਾ। ਇਹ ਸਾਰਾ ਇੱਕ ਖੇਲ ਹੈ। ਸਤਿਗੁਰੂ ਆਪਾਂ ਨੂੰ ਸਮਝਾਉਂਦੇ, ਖੇਲਣ ਵਾਸਤੇ ਅਸੀਂ ਆਏ ਹਾਂ। ਕਿੱਥੋਂ ਆਏ ਹਾਂ? ਆਪਣੇ ਦੇਸ਼ ਪਰਲੋਕ ਦੇ ਵਿੱਚ ਫਰਮਾਉਂਦੇ ਨੇ, ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ।
ਹੁਣ ਕੌਣ ਆਏ, ਚਾਰ ਪਦਾਰਥ ਲੈ ਜੱਗ ਆਏ ਆ, ਕਿੱਥੋਂ ਆਏ? ਉਹ ਫਿਰ ਆਪਾਂ ਨੂੰ ਦੱਸਦੇ ਵੀ ਮਨ ਹੈ ਜਿਹੜਾ, ਇਹ ਸਾਡਾ ਮਨ ਪਰਲੋਕ ਦੇ ਵਿੱਚੋਂ ਆਉਂਦਾ। ਇਧਰ ਖੇਲ ਚੱਲਦਾ ਸ਼ਿਵ ਤੇ ਸ਼ਕਤੀ ਦਾ। ਹੁਣ ਇਹ ਖੇਲ ਦੀ ਜਾਣਕਾਰੀ ਸਾਡੇ ਮਨ ਨੂੰ ਦੇ ਕੇ, ਪਹਿਲਾਂ ਟ੍ਰੇਨਿੰਗ ਦੇ ਕੇ, ਫਿਰ ਇਸ ਲੋਕ 'ਚ ਭੇਜਿਆ ਜਾਂਦਾ। ਉਧਰੋਂ ਤਾਂ ਮਾਂ ਦੇ, ਉਧਰ ਦੇ ਵਿੱਚ ਮਾਤਾ ਦੇ ਪਿੰਡ ਤਿਆਰ ਹੋ ਰਹੇ, ਸਰੀਰ ਦਸਾਂ ਦਵਾਰਾਂ 'ਤੇ। ਹੁਣ ਇਹ ਜਿਹੜਾ ਕੱਪੜਾ ਹੈ, ਇਹਦੇ ਵਿੱਚ ਜੋ ਹੈ ਉਹ ਆਤਮਾ, ਜਿਹਨੂੰ ਸਤਿਪੁਰਖ ਕਹਿੰਦੇ, ਆਤਮ ਰਾਮ ਕਹਿੰਦੇ, ਸੂਖਮ ਮੂਰਤ ਕਹਿੰਦੇ, ਉਹਦੇ ਉੱਤੇ ਕਾਇਆ ਦਾ ਆਕਾਰ ਜਿਹੜਾ ਇਹ ਦਿੱਤਾ ਜਾਂਦਾ। ਫਰਮਾਉਂਦੇ ਨੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਹੁਣ ਇਹ ਜਿਹੜਾ ਆਕਾਰ ਸਰੀਰ ਹੈ, ਪਿੰਡ, ਇਹ ਜਦੋਂ ਮਾਤਾ ਦੇ ਗਰਭ ਦੇ ਵਿੱਚ ਤਿਆਰ ਹੁੰਦਾ ਹੈ, ਮਾਤਾ ਪਿਤਾ ਦੇ ਸੰਯੋਗ ਦੇ ਨਾਲ ਇਹ ਪਿੰਡ ਬਣਦਾ। ਮਾਰੇ ਫਰਮਾਉਂਦੇ ਮਾਤ ਪਿਤਾ ਸੰਯੋਗ ਪਾਈ, ਰਗਤ ਵਿੰਦ ਮਿਲ ਪਿੰਡ ਕਰੀ। ਬਈ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਇਹ ਜਿਹੜਾ ਪਿੰਡ ਹੈ, ਸਰੀਰ ਤਿਆਰ ਹੋਏ। ਹੁਣ ਇਹ ਸਰੀਰ ਦੇ ਵਿੱਚ ਜੋ ਆਤਮਾ ਹੈ, ਜਿਹਨੂੰ ਸਤਿਪੁਰਖ ਆਤਮ ਰਾਮ ਕਹਿੰਦੇ, ਜਿਹੜਾ ਫਿਰ ਮਨ ਹੈ, ਉਹਦਾ ਜਨਮ ਕਿੱਥੋਂ ਹੋਇਆ ਤੇ ਜਨਮ ਤੋਂ ਬਾਅਦ ਫਿਰ ਉਹਨੂੰ ਕਿੱਥੇ ਸੱਦਿਆ ਗਿਆ ਤੇ ਕਿਵੇਂ ਉਹਨੂੰ ਫਿਰ ਟ੍ਰੇਨਿੰਗ ਦਿੱਤੀ ਜਾਂਦੀ। ਉਧਰ ਦਾ ਮਾਂ ਦੇ ਗਰਭ ਦੇ ਵਿੱਚ ਇਹ ਪਿੰਡ ਤਿਆਰ ਹੋ ਰਹੇ, ਸਰੀਰ। ਉਧਰ ਮਨ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸੁਨ ਮੰਡਲ ਦੇ ਵਿੱਚ, ਜਿਹਨੂੰ ਦਰਗਾਹ ਕਹਿੰਦੇ, ਪਰਲੋਕ ਕਹਿੰਦੇ, ਜਿਹਨੂੰ ਬੇਗਮਪੁਰੀ ਸ਼ਹਿਰ ਦਾ ਨਾਂ ਦਿੱਤਾ। ਮਨ ਨੂੰ ਉੱਥੇ ਰਾਜਾ ਬਣਾਇਆ ਜਾਂਦਾ, ਬਈ ਤੂੰ ਰਾਜਾ ਹੈ ਤੇ ਤੇਰੇ ਵਾਸਤੇ ਨਗਰੀ ਤਿਆਰ ਹੋ ਰਹੀ ਹੈ, ਤੂੰ ਉੱਥੇ ਜਾ ਕੇ ਰਾਜ ਕਰਨਾ ਹੈ। ਤੇ ਕਿਵੇਂ ਰਾਜ ਕਰਨਾ, ਉਹ ਰਾਜੇ ਦੀ ਸਪੈਸ਼ਲ ਮਨ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ। ਜਦੋਂ ਇਹਨੂੰ ਟ੍ਰੇਨਿੰਗ ਦਿੰਦੇ ਨੇ ਸੁਨ ਮੰਡਲ ਦੇ ਵਿੱਚ, ਉੱਥੇ ਸੂਖਮ ਆਕਾਰ ਹੁੰਦੇ ਨੇ, ਸੂਖਮਾਂ 'ਤੇ ਫਿਰ ਇਹ ਉੱਥੇ ਰਾਜ ਕਰਦਾ। ਰਾਜੇ ਦਾ ਦਰਬਾਰ ਸਜਾਇਆ ਜਾਂਦਾ, ਉੱਥੇ ਇਹਨੂੰ ਢਾਡੀ ਰੱਖ ਕੇ ਦਿੱਤੇ ਜਾਂਦੇ, ਜਿਹੜੇ ਮਾਲਕ ਦੀ ਉਸਤਤ ਵਡਿਆਈ ਕਰਦੇ ਬ੍ਰਹਮ ਦੀ, ਜਿਨ੍ਹਾਂ ਨੂੰ ਇਹ ਸਾਰਾ ਗਿਆਨ ਹੁੰਦਾ, ਸੋਝੀ ਹੁੰਦੀ ਵੀ ਮਨ ਦਾ ਜਨਮ ਕਿੱਥੋਂ ਹੋਈ। ਇਸ ਵਾਸਤੇ ਮਹਾਰਾਜ ਫਿਰ ਦੱਸਦੇ ਵੀ ਇਹਨੂੰ ਢਾਡੀ ਤੇ ਦਰਬਾਰੀ ਰੱਖ ਕੇ ਦਿੱਤੇ ਕਿ ਫਿਰ ਇਹਨੂੰ ਉੱਥੇ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਸੀ, ਉਹ ਰੱਖ ਕੇ ਦਿੱਤੇ ਜਾਂਦੇ। ਫਿਰ ਇਹਨੂੰ ਧਰਮਾਤਮਾ ਪੁਰਸ਼ ਪੰਡਤ, ਜਿਹੜੇ ਮਨ ਦੀ ਪੱਤਰੀ ਵਾਚਦੇ, ਉਹ ਰੱਖ ਕੇ ਦਿੱਤੇ ਜਾਂਦੇ, ਜਿਨ੍ਹਾਂ ਨੂੰ ਸਾਰਾ ਭੇਤ ਸੀ ਵੀ ਮਨ ਦਾ ਜਨਮ ਕਿੱਥੋਂ ਹੋਇਆ। ਜੰਮੇ ਜੀਓ ਜਾਣੇ ਥਾਓ, ਸ਼ਰਤਾ ਪੰਡਤ ਤਾ ਕਾ ਨਾਉ। ਬ੍ਰਹਮ ਗਿਆਨੀ ਰੱਖ ਕੇ ਦਿੱਤੇ ਗਏ, ਜਿਨ੍ਹਾਂ ਨੂੰ ਇਹ ਸਾਰਾ ਬ੍ਰਹਮ ਦਾ ਗਿਆਨ, ਬ੍ਰਹਮੋ ਪਸਾਰਾ, ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਜਾਣੀ ਦੀ ਉੱਥੇ ਫਿਰ ਜਦੋਂ ਦਰਬਾਰ ਸਜਦਾ ਤੇ ਉਦੋਂ ਫਿਰ ਇਹਨੂੰ ਕਹਿੰਦੇ ਵੀ ਇਹ ਰਾਜ ਹੈ, ਤੇ ਉੱਥੇ ਫਿਰ ਇਹ ਰਾਜ ਕਰਦਾ। ਫਿਰ ਇਹਨੂੰ ਟ੍ਰੇਨਿੰਗ ਦੇਣ ਵਾਸਤੇ ਉਧਰੋਂ ਸੁਨ ਮੰਡਲ 'ਚ ਟ੍ਰੇਨਿੰਗ ਚੱਲ ਰਹੀ ਹੈ, ਉਧਰੋਂ ਇਹਨੂੰ ਫਿਰ ਦੱਸਦੇ ਵੀ ਤੈਨੂੰ ਹੁਣ ਤੇਰੇ ਵਾਸਤੇ ਜਿਹੜੀ ਨਗਰੀ ਤਿਆਰ ਹੋ ਰਹੀ ਹੈ ਦਸਾਂ ਦਵਾਰਾਂ 'ਤੇ,
ਫਿਰ ਇਹਨੂੰ ਉੱਥੇ ਮਾਂ ਦੇ ਗਰਭ ਦੇ ਵਿੱਚ ਲੈ ਜਾਂਦੇ, ਲਿਆ ਕੇ ਇਹਨੂੰ ਫਿਰ ਉੱਥੇ ਸਮਝਾਉਂਦੇ ਵੀ ਦੇਖ ਹੁਣ ਜਿੱਦਾਂ ਦੀ ਮਾਂ ਦੇ ਗਰਭ ਦੀ ਅਗਨ ਹੈ, ਇਹ ਇੱਦਾਂ ਦੀ ਸੰਸਾਰ ਦੇ ਵਿੱਚ ਬਾਹਰ ਮਾਇਆ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਏ। ਹੁਣ ਇਹਨੂੰ ਟ੍ਰੇਨਿੰਗ ਦੇਣ ਵਾਸਤੇ ਉੱਥੇ ਨਾਮ ਦੇ ਆਸਰੇ ਚੱਲਦਾ ਹੈ। ਸ਼ਬਦ ਗੁਰੂ ਹੈ ਆਪਣੇ ਦੇਸ਼ 'ਚ, ਨਾਮ ਦੇ ਨਾਲ ਜੁੜਿਆ ਹੁੰਦਾ। ਅਤੇ ਇਹਨੂੰ ਜਦੋਂ ਗਰਭ ਦੇ ਵਿੱਚ ਟ੍ਰੇਨਿੰਗ ਦੇਣ ਵਾਸਤੇ ਲੈ ਕੇ ਆਉਂਦੇ, ਥੋੜ੍ਹੀ ਜਿਹੀ ਲੈਵਲ ਨਾਮ ਦੇ ਨਾਲ ਤੋੜਦੀ, ਜਿਉਂ ਹੀ ਟੁੱਟਦੀ ਅਤੇ ਇਹਨੂੰ ਸੇਕ ਲੱਗਦਾ। ਅਤੇ ਫਿਰ ਇਹ ਇਉਂ ਮਹਿਸੂਸ ਕਰਦਾ ਉੱਥੇ ਬਈ ਜਿਵੇਂ 50 ਵਰ੍ਹਿਆਂ ਦਾ ਵਿਛੋੜਾ ਪੈ ਗਿਆ ਹੋਵੇ। ਇੱਕ ਖਿੰਦ ਦਾ ਹੀ ਵਿਛੋੜਾ ਪੈਂਦਾ, ਫਿਰ ਲੈ ਵਿਛੋੜ ਲੈਂਦੀ। ਅਤੇ ਜਦੋਂ ਜੋੜਦੇ ਫਿਰ ਕਹਿੰਦਾ ਇੱਕ ਖਿੰਨ ਪਲ ਤੂੰ ਵਿਸਰੇ ਸੁਆਮੀ, ਜਾਣੂ ਬਰਸ 85। ਬਈ ਮੈਨੂੰ ਇਉਂ ਲੱਗਿਆ ਜਿਵੇਂ 50 ਵਰ੍ਹਿਆਂ ਦਾ ਵਿਛੋੜਾ ਪੈ ਗਿਆ। ਫਿਰ ਇਹਦੀ ਲੈ ਵਿਛੋੜ ਲੈਂਦੇ, ਫਿਰ ਇਹਨੂੰ ਸਮਝਾਉਂਦੇ ਬਈ ਇਸੇ ਤਰ੍ਹਾਂ ਹੀ ਮਾਤ ਲੋਕ 'ਚ ਜਾ ਕੇ ਤੂੰ ਨਾਮ ਦੇ ਨਾਲ ਜੇ ਜੁੜਿਆ ਰਹੇਂਗਾ ਅਤੇ ਤੂੰ ਸੁਖੀ ਰਹੇਂਗਾ। ਜੇ ਤੂੰ ਉੱਥੇ ਜਾ ਕੇ ਨਾਮ ਨੂੰ ਵਿਸਾਰ ਦਿੱਤਾ, ਫਿਰ ਤੂੰ ਅਸ਼ਾਂਤ ਹੋ ਜਾਏਗਾ ਅਤੇ ਮਾਇਆ ਤੈਨੂੰ ਸਾੜੇਗੀ। ਫਿਰ ਇਹਨੂੰ ਇਹ ਟ੍ਰੇਨਿੰਗ ਦੇ ਕੇ ਸਮਝਾ ਕੇ ਫਿਰ ਸੁੰਨ ਮੰਡਲ 'ਚ ਲੈ ਜਾਂਦੇ। ਸੁੰਨ ਮੰਡਲ 'ਚ ਲਿਜਾ ਕੇ ਫਿਰ ਇਹਨੂੰ ਪਰਵਾਨਾ ਦਿੱਤਾ ਜਾਂਦਾ, ਜਿਸ ਨੂੰ ਕਹਿੰਦੇ ਨੇ ਚਿੱਠੀ ਚੀਰੀ। ਇਹਨੂੰ ਕਿਹਾ ਜਾਂਦਾ ਵੀ ਤੂੰ ਪ੍ਰਦੇਸ਼ ਜਾਣਾ ਹੈ, ਪਰਵਾਨਾ ਨਾਲ ਲੈ ਕੇ ਜਾਣਾ। ਅਤੇ ਜੇ ਤੇਰੇ ਕੋਲ ਪਰਵਾਨਾ ਹੋਏਗਾ ਤੈਨੂੰ ਮੇਰਾ ਹੀ ਰੂਪ ਸਮਝਿਆ ਜਾਏਗਾ ਉੱਥੇ। ਹੁਣ ਇਹਨੂੰ ਕਿਰਤ ਦੇ ਨਾਲ ਇੱਧਰ ਜੋੜਨਾ ਹੈ ਅਤੇ ਨਾਲ ਪਰਵਾਨਾ ਦੇ ਦਿੱਤਾ। ਕਿਰਤ ਪਾਇਆ ਪਰਵਾਨਾ ਲਿਖਿਆ, ਔੜ ਹੁਕਮ ਨਾ ਹੋਈ, ਜੈਸਾ ਲਿਖਿਆ ਤੈਸਾ ਪੜ੍ਹਿਆ, ਨਾਨਕ ਮਿਟ ਨ ਸਕੇ ਕੋਈ। ਹੁਣ ਇਹਨੂੰ ਕਹਿੰਦੇ ਵੀ ਤੈਨੂੰ ਆ ਪਰਵਾਨਾ ਦਿੱਤਾ। ਪਰਵਾਨਾ ਕੀ ਹੈ? ਨਾਮ। ਨਾਮ ਰਤਨ ਪਰਵਾਨੋ, ਪਤ ਮਤ ਪੂਰੀ ਪੂਰਾ ਪਰਵਾਨਾ। ਨਾ ਆਵੇ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣੀ, ਪ੍ਰਭ ਜੈਸੇ ਅਵਿਨਾਸੀ। ਮਾਨੋ ਕਹਿੰਦੇ ਵੀ ਤੂੰ ਇਹ ਜੇ ਤੇਰੇ ਕੋਲ ਪਰਵਾਨਾ ਹੋਏਗਾ, ਤੇਰੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਅੰਤਰ ਨਹੀਂ ਹੈ। ਹੁਣ ਇਹਨੂੰ ਸਾਰਾ ਖੇਲ ਸਮਝਾ ਕੇ, ਸਾਰੀ ਟ੍ਰੇਨਿੰਗ ਦੇ ਕੇ, ਇੱਧਰ ਮਾਂ ਦੇ ਗਰਭ ਦੇ ਵਿੱਚ ਪਿੰਡ ਤਿਆਰ ਹੋ ਗਏ। ਜਦੋਂ ਬੱਚੇ ਦਾ ਜਨਮ ਹੁੰਦਾ, ਇੱਕਦਮ ਫਿਰ ਐਕਸ਼ਨ ਕਰਤੀ। ਉਧਰੋਂ ਜਨਮ ਹੋਇਆ ਅਤੇ ਉਦੋਂ ਨਾਲ ਮਨ ਨੂੰ ਜੋੜਿਆ ਜਾਂਦਾ, ਪ੍ਰਵੇਸ਼ ਕੀਤਾ ਜਾਂਦਾ ਸਰੀਰ ਦੇ ਵਿੱਚ। ਜਦੋਂ ਪ੍ਰਵੇਸ਼ ਕਰ ਦਿੰਦੇ ਅਤੇ ਇੱਧਰ ਆ ਜਾਂਦੇ। ਜਿਉਂ ਹੀ ਇੱਧਰ ਆਇਆ, ਪਹਿਲਾਂ ਸ਼ਿਵ ਘਰ ਆਇਆ। 4 ਪਦਾਰਥ ਲੈ ਜਗ ਜਨਮਿਆ, ਸ਼ਿਵ ਸ਼ਕਤੀ ਘਰ ਵਾਸ ਧਰੀ। ਲਾਗੀ ਭੂਖ ਮਾਇਆ ਮਗ ਜੋਹੇ, ਮੁਕਤ ਪਦਾਰਥ ਮੋਹਿ ਕਰੀ। ਮਹਾਰਾਜ ਕਹਿੰਦੇ ਵੀ ਆ ਗਿਆ ਇੱਧਰ। ਪਹਿਲਾਂ ਸ਼ਿਵ ਘਰ ਆਇਆ। ਸ਼ਿਵ ਕਹਿੰਦੇ 10ਵਾਂ ਦਵਾਰ ਹੈ ਜੋ ਨਿਜ ਮਹਿਲ ਥਿਰ ਘਰ, ਜਿਹਨੂੰ ਸਹਿਜ ਗੁਫਾ ਮੰਦਰ ਕੋਠੜੀ ਗੜ੍ਹ ਗੁਰਦੁਆਰਾ ਕਹਿੰਦੇ। ਉਹਦੇ ਵਿੱਚ ਆਤਮਾ ਰਾਮ ਹੈ। ਸ਼ਿਵ ਆਤਮਾ ਰਾਮ ਨੂੰ ਸ਼ਿਵ ਵੀ ਕਹਿੰਦੇ। ਹੁਣ ਪਹਿਲਾਂ ਸ਼ਿਵ ਘਰ ਅਤੇ ਸ਼ਿਵ ਤੋਂ ਫਿਰ ਅੱਗੇ ਇੱਧਰ ਸ਼ਕਤੀ ਘਰ ਆ ਗਈ। ਇੱਧਰ 9 ਦਰਾਂ ਦੇ ਵਿੱਚ ਪ੍ਰਵੇਸ਼ ਹੋ ਗਿਆ। ਜਿਉਂ ਹੀ ਪ੍ਰਵੇਸ਼ ਹੋਇਆ ਅਤੇ ਉੱਧਰੋਂ ਜਿਹੜੀ ਲਿਵ ਸੀ ਉਹ ਲਿਵ ਟੁੱਟ ਗਈ ਅਤੇ ਇੱਧਰ 9 ਦਰਾਂ ਦੇ ਵਿੱਚ ਆ ਗਈ। ਜਦੋਂ ਲਿਵ ਟੁੱਟੀ, ਇਹਨੇ ਵਰਾ ਕੀਤਾ ਅਤੇ ਮਾਂ ਨੇ ਇਹਨੂੰ ਦੁੱਧ ਦੇ ਦਿੱਤਾ।
ਤੇ ਇੱਧਰ ਤਨ ਦੇ ਨਾਲ ਜੁੜ ਗਈ। ਹੁਣ ਇਹਨੂੰ ਟ੍ਰੇਨਿੰਗ ਦਿੱਤੀ ਹੋਈ ਹੈ ਤੇ ਭਗਤਾਂ ਨੇ ਦੇਖਿਆ ਜਿਵੇਂ ਜਦੋਂ ਇਸ ਮਾਰਗ ਤੇ ਚੱਲੇ ਬਈ ਇਹ ਬੱਚਾ ਇਸ ਲੋਕ ਵਿੱਚ ਨਵਾਂ ਆਇਆ, ਬਈ ਇਹ ਜ਼ਰੂਰ ਕੋਈ ਨਾ ਕੋਈ ਵਿਧੀ ਤਰੀਕਾ ਅਪਣਾਏਗਾ ਮਾਲਕ ਨੂੰ ਮਿਲਣ ਵਾਸਤੇ। ਕਿਉਂਕਿ ਜਦੋਂ ਕੋਈ ਵੀ ਜੀਵ ਕਿਸੇ ਵੀ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਬਾਹਰ ਆਉਂਦਾ ਹੈ, ਉਹਦੀਆਂ ਆਦਤਾਂ ਜਿਹੜੀਆਂ ਉਹ ਉਵੇਂ ਹੀ ਰਹਿੰਦੀਆਂ, ਕਿਉਂਕਿ ਪਰਿਪੱਕ ਹੋਇਆ ਹੁੰਦਾ। ਹੌਲੀ ਹੌਲੀ ਜਿਉਂ-ਜਿਉਂ ਉਹਦੀ ਸੰਗਤ ਬਦਲਦੀ ਤਿਉਂ-ਤਿਉਂ ਫਿਰ ਉਹਦਾ ਸੁਭਾਅ ਬਦਲਦਾ ਜਾਂਦਾ। ਹੁਣ ਭਗਤਾਂ ਨੇ ਦੇਖਿਆ ਵੀ ਇਹ ਆਇਆ ਤੇ ਜ਼ਰੂਰ ਵਿਧੀ ਤਰੀਕਾ ਅਪਣਾਏਗਾ ਮਾਲਕ ਨੂੰ ਮਿਲਣ ਵਾਸਤੇ। ਫਿਰ ਉਦੋਂ ਜਦੋਂ ਬੱਚਾ ਆਉਂਦਾ ਹੈ, ਉਹ ਫਿਰ ਕਿਹੜੀ ਵਿਧੀ ਤਰੀਕਾ ਅਪਣਾਉਂਦਾ ਹੈ, ਇਹ ਜਿਹੜਾ ਸਾਡਾ ਪਾਉਣ ਦਾ ਸੰਤੁਲਨ ਵਿਗੜਿਆ ਹੁੰਦਾ, ਪਾਉਣ ਨੂੰ ਉਹ ਸਮ ਕਰ ਲੈਂਦਾ। ਇੱਕ ਸੁਰ 'ਚ ਘੱਟ ਆਉਂਦੀ, ਇੱਕ 'ਚ ਵੱਧ ਆਉਂਦੀ ਆਪਣੀ, ਉਹ ਸਮ ਕਰ ਲੈਂਦਾ। ਤੇ ਚੰਦ ਸੂਰਜ ਦੋ ਜਿਹੜੇ ਨੇਤਰ ਨੇ ਆਪਣੇ, ਇਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਚੰਦਰਮਾ ਤੇ ਸੂਰਜ ਦਾ ਨਾਮ ਦਿੱਤਾ। ਸੱਜੇ ਨੇਤਰ ਨੂੰ ਸੂਰਜ ਕਹਿੰਦੇ, ਖੱਬੇ ਨੂੰ ਚੰਦਰਮਾ ਕਹਿੰਦੇ। ਇਹਨਾਂ ਨੂੰ ਸਮ ਕਰ ਲੈਂਦਾ। ਜਦੋਂ ਸਮ ਕਰਦਾ ਤੇ ਫਿਰ ਹੱਸਦਾ। ਤੁਸੀਂ ਦੇਖਿਓ ਵੀ ਬੱਚਾ ਜਦੋਂ ਛੋਟਾ ਹੁੰਦਾ ਉਹ ਆਪਣੇ ਆਪ ਹੀ ਹੱਸਦਾ। ਹੁਣ ਆਪਾਂ ਨੂੰ ਤਾਂ ਹਜੇ ਕਿਸੇ ਨੂੰ ਜਾਣਦਾ ਨਹੀਂ ਹੋਏ ਇੱਧਰ, ਨਾ ਤਾਂ ਉਹਨੂੰ ਹਜੇ ਆਪਦੇ ਮਾਂ ਪਿਓ ਦੀ ਪਹਿਚਾਣ ਹੈ, ਨਾ ਉਹ ਕਿਸੇ ਨੂੰ ਹੋਰ ਜਾਣਦਾ। ਜੇ ਉਹ ਜਾਣਦਾ ਹੈ ਉਦੋਂ, ਤੇ ਜੋ ਸਾਡਾ ਅਸਲੀ ਮਾਂ ਪਿਓ ਹੈ ਨਿਰੰਕਾਰ ਵਾਹਿਗੁਰੂ, ਉਹਨੂੰ ਜਾਣਦਾ। ਉਹਨੂੰ ਫਿਰ ਦੇਖ ਕੇ ਹੱਸਦਾ। ਜਦੋਂ ਉਹਨੂੰ ਪ੍ਰਕਾਸ਼ ਹੁੰਦਾ, ਉਹਨੂੰ ਦੇਖ ਕੇ ਖੁਸ਼ ਹੁੰਦਾ। ਫਿਰ ਇਹ ਪਾਉਣ ਦਾ ਸੰਤੁਲਨ ਵਿਗੜ ਜਾਂਦਾ ਹੈ। ਫਿਰ ਅੱਗੇ ਪੜਦਾ ਆ ਜਾਂਦਾ, ਫਿਰ ਰੋਣ ਵਰਗਾ ਮੂੰਹ ਕਰਨ ਲੱਗ ਗਿਆ ਵੀ ਹੁਣ ਤਾਂ ਇੱਥੇ ਹੀ ਸੀ ਸਾਹਮਣੇ, ਵੀ ਹੁਣ ਕਿੱਥੇ ਚਲੇਗੀ। ਇਸ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ, ਬਾਬਾ ਬੋਲਤੇ ਥੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ, ਕਥਾ ਵਾਰਤਾ ਕਹਿਤੀ। ਬਈ ਹੁਣ ਤਾਂ ਮਾਲਕ ਬੋਲ ਰਿਹਾ ਸੀ, ਨਾਦ ਸੀ ਜਿਹੜਾ, ਉਹ ਨਾਦ ਚੱਲ ਰਿਹਾ ਮਾਲਕ ਦੀ ਆਵਾਜ਼, ਉਹ ਨਾਦ ਜਾ ਕੇ ਕਿੱਥੇ ਸਮਾ ਗਿਆ। ਮਾਲਕ ਸੀ ਜੋ ਕਿੱਥੇ ਚਲਾ ਗਿਆ। ਫਿਰ ਉਹ ਬੱਚਾ ਰੋਣ ਵਰਗਾ ਮੂੰਹ ਕਰ ਲੈਂਦਾ। ਇਹ ਕੁਝ ਸਮਾਂ ਇਸ ਤਰ੍ਹਾਂ ਚੱਲਦਾ ਰਹਿੰਦਾ, 1.25 ਮਹੀਨੇ ਤੱਕ। ਵੀ ਬਹੁਤੇ ਕਿਤੇ ਵਿਰਾਗੀ ਵੀ ਨਾ ਹੋ ਜਾਣ। ਥੋੜ੍ਹੇ ਥੋੜ੍ਹੇ ਸਮੇਂ ਬਾਅਦ ਮਾਲਕ ਦੇ ਉਹ ਦਰਸ਼ਨ ਕਰਦੇ ਹੀ ਰਹਿੰਦੇ। ਇਸ ਅਵਸਥਾ 'ਚ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਵੀ ਉਦੋਂ ਤਾਂ ਜਦੋਂ ਤੂੰ ਇੱਕ ਘੜੀ ਨਹੀਂ ਸੀ ਮਿਲਦਾ ਤੇ ਕਲਯੁਗ ਵਰਤ ਜਾਂਦਾ ਸੀ। ਬਈ ਹੁਣ ਸਾਨੂੰ ਵਿਛੜਿਆਂ ਨੂੰ ਇੰਨਾ ਸਮਾਂ ਹੋ ਗਿਆ ਤੇ ਤੂੰ ਹੁਣ ਕਦੋਂ ਮਿਲੇਗਾ, ਹੁਣ ਤੇਰੇ ਨਾਲ ਕਦੋਂ ਸਾਡਾ ਮਿਲਾਪ ਹੋਏਗਾ, ਕਦੋਂ ਤੇਰੇ ਦਰਸ਼ਨ ਹੋਣਗੇ। ਮਾਰੇ ਫਰਮਾਉਂਦੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਫਿਰ ਤੁਧ ਭਗਵੰਤਾ। ਉਦੋਂ ਫਿਰ ਬੱਚਾ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਮਾਲਕ ਦੇ ਦਰਸ਼ਨ ਕਰਦੇ ਹੀ ਰਹਿੰਦੇ। ਹੁਣ ਜਿਉਂ-ਜਿਉਂ ਫਿਰ ਆਪਾਂ ਉਹਨੂੰ ਇੱਧਰ ਬੁਲਾਉਣਾ ਸ਼ੁਰੂ ਕਰਦੀ। ਪਹਿਲਾਂ ਉਹ ਆਪਾਂ ਨੂੰ ਨਹੀਂ ਦੇਖਦਾ, ਉਹ ਸਿਰਫ ਪਰਮਾਤਮਾ ਨਹੀਂ ਦੇਖਦਾ, ਨੇੜੇ ਦੇਖਦਾ। ਹੌਲੀ ਹੌਲੀ ਫਿਰ ਆਪਾਂ ਉਹਨੂੰ ਬੁਲਾਉਂਦੇ ਹਾਂ, ਫਿਰ ਉਹ ਦੇਖਣਾ ਸ਼ੁਰੂ ਕਰਦਾ। ਪਹਿਲਾਂ ਮਾਂ ਦੇ ਸਰੀਰ ਵੱਲ ਦੇਖਦਾ, ਉਹਦੀ ਪਹਿਚਾਣ ਕਰਦਾ। ਫਿਰ ਅੱਗੇ ਹੌਲੀ ਹੌਲੀ ਪਿਤਾ ਦੀ ਪਹਿਚਾਣ ਕਰਦਾ, ਫਿਰ ਭੈਣ ਭਰਾਵਾਂ ਦੀ ਪਹਿਚਾਣ ਉਹਨੂੰ ਹੋਣ ਲੱਗ ਜਾਂਦੀ। ਦੇਖੀ ਜਾਂਦਾ ਉੱਧਰ ਨੂੰ ਜਿੱਧਰ ਨੂੰ ਜਾਂਦੇ। ਫਿਰ ਹੌਲੀ ਹੌਲੀ ਅਸੀਂ ਉਹਨੂੰ ਆਵਾਜ਼ਾਂ ਇੱਧਰੋਂ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਹਾਂ। ਪਹਿਲਾਂ ਤਾਂ ਅਸੀਂ ਅਨਹਦ ਆਵਾਜ਼ੇ ਸੁਣਦੇ ਹਾਂ, ਅਨਹਦ ਬਾਣੀ ਨੂੰ ਸੁਣਦੇ ਹਾਂ। ਫਿਰ
ਅਸੀਂ ਇੱਧਰਲੀਆਂ ਆਵਾਜ਼ਾਂ ਉਹਨੂੰ ਸੁਣਾਉਣੀਆਂ ਸ਼ੁਰੂ ਕਰਤੀ। ਜਿਵੇਂ ਉਹ ਬੱਚਾ ਹੁੰਦਾ ਉਹਨੂੰ ਛੁਣ-ਛੁਣੇ ਫੜਾ ਦਿੰਦੇ ਆ, ਉਹਦੇ ਕੋਲ ਆਵਾਜ਼ਾਂ ਕਰੀ ਜਾਂਦੀ। ਉਹ ਜਦੋਂ ਅਸੀਂ ਉਹਨਾਂ ਆਵਾਜ਼ਾਂ ਨੂੰ ਸੁਣਦੇ ਹਾਂ, ਪਹਿਲਾਂ ਅੰਦਰੋਂ ਸੁਣ ਰਹੇ ਹੁੰਦੇ ਹਾਂ, ਹੌਲੀ ਹੌਲੀ ਫਿਰ ਅਸੀਂ ਬਾਹਰੋਂ ਸੁਣਨੀਆਂ ਸ਼ੁਰੂ ਕਰ ਦਿੰਦੇ। ਪਹਿਲਾਂ ਮਾਲਕ ਨੂੰ ਦੇਖ ਰਹੇ ਸੀ, ਹੌਲੀ ਹੌਲੀ ਅਸੀਂ ਇਧਰ ਆਕਾਰਾਂ ਨੂੰ, ਸਰੀਰ ਨੂੰ, ਮਾਇਆ ਨੂੰ ਦੇਖਣਾ ਸ਼ੁਰੂ ਕਰ ਦਿੱਤੀ। ਫਿਰ ਅਸੀਂ ਇਹ ਭਾਸ਼ਾ ਸੰਸਾਰ ਦੀ ਬੋਲਣੀ ਸ਼ੁਰੂ ਕਰ ਦਿੰਦੇ। ਹੌਲੀ ਹੌਲੀ ਅਸੀਂ ਬੋਲਣਾ ਸ਼ੁਰੂ ਕਰਤੀ। ਹੁਣ ਮਹਾਰਾਜ ਫਿਰ ਕਹਿੰਦੇ ਵੀ ਜਿਉਂ ਹੀ ਅਸੀਂ ਇਸ ਲੋਕ ਵਿੱਚ ਆਏ, ਪਹਿਲਾਂ ਅਸੀਂ ਨਵਿਰਤੀ ਸੀ, ਤ੍ਰੈ ਗੁਣਾਂ ਤੋਂ ਅਤੀਤ ਸੀ। ਫਿਰ ਇੱਧਰ ਆ ਕੇ ਸਾਡਾ ਮਨ ਪ੍ਰਵਿਰਤੀ 'ਚ ਬਦਲ ਜਾਂਦਾ। ਪਹਿਲਾਂ ਅਸੀਂ ਉਰਦਮੁਖੀ ਹੁੰਦੇ ਹਾਂ, ਇੱਧਰ ਆ ਕੇ ਅਸੀਂ ਅਰਧਮੁਖੀ ਹੋ ਜਾਂਦੇ। ਫਿਰ ਇੱਧਰ ਆ ਕੇ ਅਸੀਂ ਕਰਮ ਨੂੰ ਦ੍ਰਿੜ ਕਰਨਾ ਸ਼ੁਰੂ ਕਰਤੀ। ਮਹਾਰਾਜ ਕਹਿੰਦੇ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਔਰ ਇਹ ਕਰਮ ਕੀ ਹੈ ਜਿਹਨੂੰ ਅਸੀਂ ਦ੍ਰਿੜ ਕਰਨਾ ਸ਼ੁਰੂ ਕਰ ਦਿੱਤਾ? ਸਾਡੇ ਨੇਤਰਾਂ ਦਾ ਕਰਮ, ਅਸੀਂ ਮਾਇਆ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਮਾਇਆ ਕੀ? ਇਹ ਸਰੀਰ, ਆਕਾਰ, ਇਹਨਾਂ ਨੂੰ ਦੇਖਣ ਲੱਗ ਗਏ। ਜਿਹੜੇ ਕੰਨ ਸੀ, ਇਹਨਾਂ ਦੁਆਰਾ ਸੰਸਾਰ ਦੀਆਂ ਆਵਾਜ਼ਾਂ ਸੁਣਨ ਲੱਗ ਗਏ। ਇਹ ਕਰਮ ਨੂੰ ਦ੍ਰਿੜ ਕਰਨ ਲੱਗ ਗਏ। ਮੁਖ ਦੁਆਰਾ ਅਸੀਂ ਸੰਸਾਰ ਦੀ ਭਾਸ਼ਾ ਬੋਲਣ ਲੱਗ ਗਏ ਅਤੇ ਇਹ ਕਰਮ ਅਸੀਂ ਦ੍ਰਿੜ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜਿਉਂ ਹੀ ਅਸੀਂ ਆਏ ਲੈਵ ਟੁੱਟੀ ਅਤੇ ਇਹ ਸਾਡੇ ਮਨ ਨੂੰ ਤ੍ਰਿਸ਼ਨਾ ਲੱਗ ਗਈ। ਮਹਾਰਾਜ ਇਸੇ ਪਰਥਾਏ ਕਹਿੰਦੇ ਲੈਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਬਈ ਜਿਉਂ ਹੀ ਸਾਡੀ ਨਾਮ ਦੇ ਨਾਲੋਂ ਲੈਵ ਟੁੱਟੀ, ਅਸੀਂ ਇੱਧਰ ਆਏ ਨਵਾਂ ਦਰਾਂ 'ਚ, ਸਾਨੂੰ ਇਹ ਮਾਇਆ ਲੱਗ ਗਈ। ਅਸੀਂ ਇਹ ਮਾਇਆ ਨੂੰ ਦ੍ਰਿੜ ਕਰਨਾ ਸ਼ੁਰੂ ਕਰ ਦਿੱਤਾ। ਹੁਣ ਇਹ ਮਾਇਆ ਨੂੰ ਜਿਉਂ-ਜਿਉਂ ਅਸੀਂ ਦ੍ਰਿੜ ਕਰੀ ਜਾਂਦੇ, ਪਰਮਾਤਮਾ ਨੂੰ ਭੁੱਲਦੇ ਭੁੱਲਦੇ ਅਸੀਂ ਭੁੱਲੀ ਜਾਂਦੇ। ਇਹਨਾਂ ਨੇਤਰਾਂ ਦੁਆਰਾ ਅਸੀਂ ਸਿਰਫ ਇਸ ਸੰਸਾਰ ਨੂੰ, ਮਾਇਆ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਇਹ ਕਰਮ ਦ੍ਰਿੜ ਕਰ ਲਿਆ। ਪਰਮਾਤਮਾ ਨੂੰ ਦੇਖਣਾ ਭੁੱਲ ਹੀ ਗਏ, ਬਈ ਮਾਲਕ ਨੂੰ ਵੀ ਦੇਖਣਾ ਸੀ। ਇਹਨਾਂ ਕੰਨਾਂ ਦੁਆਰਾ ਸੰਸਾਰ ਦੀ ਭਾਸ਼ਾ ਸੁਣਨੀ ਸ਼ੁਰੂ ਕਰ ਦਿੱਤੀ। ਇਹਨੂੰ ਦ੍ਰਿੜ ਕਰ ਲਿਆ ਅਤੇ ਇਹ ਭੁੱਲ ਹੀ ਗਏ ਵੀ ਮਾਲਕ ਦੀ ਆਵਾਜ਼ ਨੂੰ ਵੀ ਸੁਣਨਾ ਸੀ, ਨਾਦ ਨੂੰ, ਨਾਮ ਨੂੰ। ਮੁਖ ਦੁਆਰਾ ਇਹ ਸੰਸਾਰ ਦੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ। ਸੰਸਾਰ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਇਹ ਭੁੱਲ ਹੀ ਗਏ ਬਈ ਇਹ ਮੁਖ ਦੁਆਰਾ ਮਾਲਕ ਦੇ ਗੁਣ ਵੀ ਗਾਉਣੇ ਸੀ, ਪਰਮਾਤਮਾ ਦੀ ਉਸਤਤ ਵਡਿਆਈ ਕਰਨੀ ਸੀ। ਹੁਣ ਇਹਨੂੰ ਫਿਰ ਮਹਾਰਾਜ ਕਹਿੰਦੇ ਵੀ ਜਿਉਂ ਹੀ ਅਸੀਂ ਆਏ, ਪਹਿਲੀ ਲਾਮ ਦੇ ਵਿੱਚ ਹੀ ਅਸੀਂ ਇਹ ਕਰਮ ਨੂੰ ਦ੍ਰਿੜ ਕਰ ਲਈ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਹੁਣ ਸਤਿਗੁਰੂ ਫਿਰ ਸਾਨੂੰ ਸਮਝਾਉਂਦੇ ਵੀ ਜਿਵੇਂ ਹੁਣ ਤੁਸੀਂ ਇਹ ਮਾਇਆ ਨੂੰ ਦ੍ਰਿੜ ਕੀਤਾ, ਹੁਣ ਉਸੇ ਤਰ੍ਹਾਂ ਤੁਸੀਂ ਨਾਲ ਨਾਲ ਧਰਮ ਨੂੰ ਵੀ ਦ੍ਰਿੜ ਕਰੋ, ਪਰਮਾਤਮਾ ਨੂੰ ਵੀ ਦ੍ਰਿੜ ਕਰੋ। ਮਹਾਰਾਜ ਫਰਮਾਉਂਦੇ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀ। ਬਈ ਜਦੋਂ ਅਸੀਂ ਧਰਮ ਨੂੰ ਦ੍ਰਿੜ ਕਰਾਂਗੇ, ਸਾਡੇ ਮਨ 'ਤੇ ਜਿਹੜੀ ਪਾਪਾਂ ਦੀ ਮੈਲ ਲੱਗੀ ਹੈ, ਇਹ ਮੈਲ ਲੈ ਜੇਗੀ। ਹੁਣ ਇਹ ਫਿਰ ਸਾਨੂੰ ਸਤਿਗੁਰੂ ਨੇ, ਗੁਰੂ ਨੇ ਸਿਖਾਉਣਾ ਹੁੰਦਾ। ਜਿਵੇਂ ਇਸ ਸੰਸਾਰ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਜਿਹੜਾ ਗੁਰੂ ਹੈ ਉਹ ਮਾਂ ਹੈ, ਫਿਰ ਸਾਡਾ ਪਿਤਾ ਗੁਰੂ ਹੈ। ਹੁਣ ਮਾਤਾ ਪਿਤਾ ਨੇ ਸਾਨੂੰ ਸੰਸਾਰ ਦੀ ਵਾਕਫੀਅਤ ਕਰਾਉਣੀ। ਜੇ ਤਾਂ ਮਾਂ ਨੂੰ ਆਪ ਬ੍ਰਹਮ ਦਾ ਗਿਆਨ ਹੈ, ਫਿਰ ਤਾਂ ਉਹ ਸਾਨੂੰ ਨਾਲ ਨਾਲ ਧਰਮ ਨੂੰ ਵੀ ਦ੍ਰਿੜ ਕਰਾਏਗੀ, ਨਾਲ ਨਾਲ ਉਹ ਸਾਨੂੰ
ਸਿਮਰਨ ਵੀ ਕਰਾਏਗੀ। ਤੇ ਉਹਦੀ ਲੋਰੀ ਹੀ ਜਿਹੜੀ ਨਾਮ ਤੋਂ ਸ਼ੁਰੂ ਹੋਣੀ, ਤੇ ਗੁਰਮੁਖ ਮਾਤਾ ਨੇ ਅਸੀਸ ਹੀ ਸਾਨੂੰ ਇਹ ਦੇ। ਮਹਾਰਾਜ ਕਹਿੰਦੇ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਇਹ ਗੁਰਮੁਖ ਮਾਤਾ ਹੈ ਜਿਹਨੂੰ ਬ੍ਰਹਮ ਦਾ ਗਿਆਨ ਹੈ। ਉਹ ਆਪਦੇ ਬੱਚੇ ਨੂੰ ਇਹੀਓ ਅਸੀਸ ਦਿੰਦੀ ਵੀ ਤੈਨੂੰ ਇੱਕ ਨਿਮਕ ਵੀ ਪਰਮਾਤਮਾ ਵਿਸਰੇ ਨਾ ਮਾਲਕ, ਤੇਰੀ ਉਹਦੇ ਨਾਲ ਪ੍ਰੀਤ ਬਣੀ ਰਵੇ। ਹੁਣ ਜੇ ਮਾਤਾ ਨੂੰ ਆਪ ਬ੍ਰਹਮ ਦਾ ਗਿਆਨ ਨਹੀਂ, ਆਪ ਸੋਝੀ ਨਹੀਂ, ਉਹਨਾਂ ਨੇ ਸਾਨੂੰ ਇਹ ਮਾਇਆ ਨੂੰ ਦ੍ਰਿੜ ਕਰਾ ਦੇ, ਸੰਸਾਰ ਨੂੰ। ਉਹਨਾਂ ਨੇ ਸਾਨੂੰ ਮਾਇਆ ਨੂੰ ਦੇਖਣਾ ਤਾਂ ਸਿਖਾ ਦੇਣਾ, ਮਾਇਆ ਦੀਆਂ ਗੱਲਾਂ ਸੁਣਨੀਆਂ ਸਿਖਾ ਦੇਣੀਆਂ, ਮਾਇਆ ਨੂੰ ਦੇਖਣਾ ਸਿਖਾ ਦੇਣਾ। ਤੇ ਅਸੀਂ ਇਹ ਮਾਇਆ ਨੂੰ ਦ੍ਰਿੜ ਕਰ ਲੈਣਾ, ਦੇਖ ਦੇਖ ਕੇ, ਸੁਣ ਸੁਣ ਕੇ, ਬੋਲ ਬੋਲ ਕੇ। ਫਿਰ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਸੰਸਾਰ ਦੇ ਵਿੱਚ ਸਾਨੂੰ ਸਾਡੇ ਮਾਤਾ ਪਿਤਾ ਨੇ ਬੋਲਣਾ ਸਿਖਾਇਆ, ਹੌਲੀ ਹੌਲੀ ਉਹ ਸਾਨੂੰ ਬੋਲਣਾ ਸਿਖਾਉਂਦੇ। ਪਹਿਲਾਂ ਤਾਂ ਆਪਾਂ ਨੂੰ ਬੋਲਣਾ ਆਉਂਦਾ ਹੀ ਨਹੀਂ, ਬੱਚਾ ਹੌਲੀ ਹੌਲੀ ਸਿੱਖਦਾ। ਫਿਰ ਉਹਨੂੰ ਦੇਖਣਾ ਸਿਖਾਉਂਦੇ, ਬੋਲਣਾ ਸਿਖਾਉਂਦੇ, ਸੁਣਨਾ ਸਿਖਾਉਂਦੇ। ਹੁਣ ਇਸੇ ਤਰ੍ਹਾਂ ਹੀ ਜਦੋਂ ਅਸੀਂ ਸਤਸੰਗ 'ਚ ਆਉਂਦੇ, ਸਤਿਗੁਰੂ ਗੁਰੂ ਨੇ, ਸੰਤਾਂ ਸਾਧੂਆਂ ਨੇ ਸਾਨੂੰ ਫਿਰ ਇਹ ਦੇਖਣਾ ਸਿਖਾਉਣਾ ਹੁੰਦਾ ਵੀ ਅਸੀਂ ਪਰਮਾਤਮਾ ਨੂੰ ਕਿਵੇਂ ਦੇਖਣਾ, ਵਾਹਿਗੁਰੂ ਨੂੰ ਕਿਵੇਂ ਦੇਖਣਾ, ਅਸੀਂ ਵਾਹਿਗੁਰੂ ਨੂੰ ਸੁਣਨਾ ਕਿਵੇਂ ਆ, ਵਾਹਿਗੁਰੂ ਦੀ ਆਵਾਜ਼ ਕਿਵੇਂ ਸੁਣਨੀ, ਫਿਰ ਅਸੀਂ ਪਰਮਾਤਮਾ ਦੇ ਗੁਣ ਕਿਵੇਂ ਬਕਾਉਣੇ, ਅਸੀਂ ਬੋਲਣਾ ਕਿਵੇਂ। ਇਹ ਫਿਰ ਸਾਨੂੰ ਸਾਰਾ ਗੁਰਮਤਿ ਦੇ ਵਿੱਚ ਸਿਖਾਇਆ ਜਾਂਦਾ। ਜਿਵੇਂ ਗੁਰੂ ਤੇ ਸਤਿਗੁਰੂ ਮਿਲ ਕੇ ਫਿਰ ਇੱਕ ਗੁਰਸਿੱਖ ਦੀ ਜਿਹੜੀ ਜੀਵਨ ਦੀ ਰੂਪ ਰੇਖਾ ਉਹ ਤਿਆਰ ਕਰਦੀ। ਜਿਵੇਂ ਜਨਨੀ ਮਾਂ ਆਪਦੇ ਬੱਚੇ ਨੂੰ ਪਾਲਦੀ ਹੈ, ਉਹਦਾ ਖਿਆਲ ਰੱਖਦੀ, ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਆਪਦੇ ਗੁਰਸਿੱਖ ਦੀ ਉਹ ਪੂਰਾ ਖਿਆਲ ਰੱਖਦੇ ਤੇ ਉਹਨਾਂ ਨੂੰ ਫਿਰ ਉਵੇਂ ਹੀ ਸਿਖਾਉਂਦੀ ਸਾਰਾ ਕੁਛ। ਮਹਾਰਾਜ ਇਸ ਲਈ ਫਰਮਾਉਂਦੇ, ਜਿਉਂ ਜਨਨੀ ਸੁਤ ਜਨ ਪਾਲਤੀ, ਰਾਖੇ ਨਦਰ ਮਝਾਰ, ਅੰਦਰ ਬਾਹਰ ਗਿਰਾਸ ਦੇ ਖਿਨ ਖਿਨ ਪਹੁੰਚਾਰ, ਤੇ ਉਹ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪੰਧ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਵੀ ਧੰਨ ਹੈ ਉਹ ਪਾਂਧਾ, ਪਾਂਧਾ ਹੁੰਦਾ ਵੀ ਸਾਨੂੰ ਪੜ੍ਹਾਉਣ ਵਾਲਾ, ਜਿਹਨੇ ਸਾਨੂੰ ਇਹ ਬ੍ਰਹਮ ਦਾ ਗਿਆਨ ਦੇਣਾ, ਸੋਝੀ ਦੇਣ। ਮਹਾਰਾਜ ਕਹਿੰਦੇ ਵੀ ਧੰਨ ਹੈ ਉਹ ਪਾਂਧਾ, ਵੀ ਜਿਹਨੇ ਸਾਨੂੰ ਪਰਮਾਤਮਾ ਦਾ ਉਪਦੇਸ਼ ਦੇ ਕੇ ਕਮਲਿਆਂ ਤੋਂ ਸਿਆਣੇ ਬਣਾ ਦੇਣ। ਔਰ ਇਸ ਵਾਸਤੇ ਫਿਰ ਸਾਨੂੰ ਇਹ ਸਾਡੇ ਜੀਵਨ ਦੀ ਜਾਚ ਸਿਖਾਈ ਜਾਂਦੀ ਮਨ ਨੂੰ। ਇਹ ਹੋ ਕੇ ਸਾਰਾ ਜਿਹੜਾ ਖੇਲ ਉਹ ਮਨ ਦਾ, ਮਨ ਇਸ ਲੋਕ 'ਚ ਆਇਆ ਤੇ ਮਨ ਦਾ ਜਿਹੜਾ ਜਨਮ ਉਹ ਵੱਖਰਾ ਕੀਤਾ ਗਿਆ। ਜਿਵੇਂ ਇਹ ਸਰੀਰ ਹੈ, ਸਰੀਰ ਤਾਂ 5 ਤੱਤਾਂ ਤੋਂ ਬਣੇ, ਪੌਣ, ਪਾਣੀ, ਅਗਨ, ਮਿੱਟੀ ਦੇ ਆਕਾਸ਼ ਤੱਤ। ਇਹਦੇ ਵਿੱਚ ਜੋ ਆਤਮਾ ਰਾਮ ਹੈ, ਇਹ ਆਤਮਾ ਦੇ ਉੱਤੇ ਆਕਾਰ ਦਿੱਤਾ ਗਿਆ। ਤੇ ਜਿਹੜਾ ਮਨ ਹੈ, ਮਨ ਵੱਖਰਾ ਹੈ, ਮਨ ਨੂੰ ਆਕਾਰ ਵੱਖਰਾ ਦਿੱਤਾ ਗਿਆ। ਹੁਣ ਮਨ ਦਾ ਜਨਮ ਕਿੱਥੋਂ ਹੋਇਆ? ਮਨ ਦਾ ਜਨਮ ਹੋਇਆ ਸੁੰਨ ਦੇ ਵਿੱਚ। ਉਹ ਵੀ 5 ਤੱਤਾਂ ਤੋਂ ਪ੍ਰਗਟ ਕੀਤਾ ਗਿਆ। ਉਹ ਜਿਹੜੇ 5 ਤੱਤ ਨੇ ਉਹ ਸੂਖਮ ਨੇ, ਉਹ ਪ੍ਰਕਾਸ਼ ਰੂਪ ਨੇ। ਜਦੋਂ ਉਹ 5 ਤੱਤਾਂ ਨੂੰ ਇਕੱਠਿਆਂ ਕੀਤਾ ਜਾਂਦਾ, ਉੱਥੋਂ ਇੱਕ ਜੋਤ ਪ੍ਰਗਟ ਹੁੰਦੀ ਤੇ ਉਹਦਾ ਨਾਮ ਮਨ ਰੱਖਿਆ ਗਿਆ।
ਮਾਰੇ ਫਰਮਾਉਂਦੇ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮ। ਵੀ ਪੰਜਾਂ ਤੱਤਾਂ ਤੋਂ ਇਹ ਮਨ ਦਾ ਜਨਮ ਹੋਏ। ਹੁਣ ਇਹਨੂੰ ਫਿਰ ਇਹ ਕਾਇਆ ਦੇ ਨਾਲ ਜੋੜਿਆ ਗਿਆ ਸਰੀਰ 'ਚ। ਪੰਜ ਤੱਤ ਸੁਨੋ ਪ੍ਰਗਾਸਾ, ਦੇਹ ਸੰਜੋਗੀ ਕਰਮ ਅਭਿਆਸਾ। ਹੁਣ ਮਨ ਨੂੰ ਜਦੋਂ ਪ੍ਰਗਟ ਕੀਤਾ ਜਾਂਦਾ ਇਹਦਾ ਜਨਮ ਹੁੰਦਾ ਹੈ, ਫਿਰ ਇਹਦੇ ਉੱਤੇ ਕੱਪੜਾ ਦਿੱਤਾ ਜਾਂਦਾ ਸੂਖਮ। ਉਹ ਜਿਹੜਾ ਕੱਪੜਾ ਇਹਦੇ ਉੱਤੇ ਦਿੰਦੇ ਨੇ, ਜਦੋਂ ਦਿੱਤਾ ਜਾਂਦਾ ਉਹ ਇਹਦੇ ਉੱਤੇ ਪੂਰਾ ਫਿੱਟ ਆਉਂਦਾ। ਤੇ ਜਦੋਂ ਪੂਰਾ ਆਉਂਦਾ ਤੇ ਜਿੰਨੇ 33 ਕਰੋੜ ਦੇਵੀ ਦੇਵਤੇ ਹੋਰ ਰਿਸ਼ੀ ਮੁਨੀ ਜਿਹੜੇ ਸੁਣਨ 'ਚ ਸਮਾਏ ਬੈਠੇ, ਉਹ ਜਦੋਂ ਇਹਦੇ ਵੱਲ ਦੇਖਦੇ ਤੇ ਉਹ ਸਾਰੇ ਆਸ਼ਾ ਕਰ ਉੱਠਦੇ ਵੀ ਇਹਦੇ ਉੱਤੇ ਜਿਹੜਾ ਕੱਪੜਾ ਦਿੱਤਾ ਪੂਰਾ ਕਿੰਨਾ ਇਹਦੇ ਤੇ ਫੱਬਦਾ ਹੈ, ਕਿੰਨਾ ਇਹ ਸੋਹਣਾ ਲੱਗਦਾ। ਜੇ ਹੁਣ ਇਹ ਆਈ ਰਹੇਗਾ ਤੇ ਨਾ ਤਾਂ ਇਹ ਠੱਗਿਆ ਜਾ ਸਕਦਾ ਤੇ ਨਾ ਇਹ ਕਦੇ ਮਰ ਸਕਦਾ। ਇਸੇ ਵਰਤਾਏ ਮਹਾਰਾਜ ਕਹਿੰਦੇ ਸੀਤੋ ਸੀਤਾ ਮਹਿਮਾ ਮਾਏ, ਤਾਂ ਕਿ ਰੂਪ ਨ ਕਥਨੇ ਜਾਏ, ਨਾਉ ਮਰੇ ਨ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ। ਬਈ ਜਦੋਂ ਇਹਦੇ ਉੱਤੇ ਕੱਪੜਾ ਸਿਉਂ ਕੇ ਚੜਾਇਆ ਗਿਆ ਮਨ ਦੇ ਉੱਤੇ, ਉਹ ਜੋਤ ਦੇ ਉੱਤੇ ਕੱਪੜਾ ਦਿੱਤਾ ਗਿਆ, ਇਹਨੂੰ ਸੂਖਮ ਆਕਾਰ ਦਿੱਤਾ ਗਿਆ। ਫਿਰ ਆਕਾਰ ਦੇ ਕੇ ਇਹਨੂੰ ਵੱਖਰਾ, ਮਨ ਵੱਖਰਾ ਹੈ, ਉਹਦਾ ਆਕਾਰ ਵੱਖਰਾ ਹੈ ਜਿਹੜਾ ਇਸ ਦੇਸ਼ ਵਿੱਚ ਆਉਂਦਾ ਹੈ। ਜਿਵੇਂ ਆਪਾਂ ਕਹਿੰਦੇ ਵੀ ਕੌਣ ਆਉਂਦਾ ਹੈ, ਵੀ ਇਹ ਸਰੀਰ ਤਾਂ ਇੱਧਰ ਹੈ, ਹੁਣ ਆਉਂਦਾ ਕੌਣ ਹੈ, ਆਪਾਂ ਕੌਣ ਹਾਂ ਜਿਹੜਾ ਇਹਨੂੰ ਸਰੀਰ ਨੂੰ ਲੈ ਕੇ ਚੱਲਦਾ ਹੈ, ਉਹ ਮਨ ਹੈ। ਮਨ ਨੂੰ ਵੱਖਰਾ ਆਕਾਰ ਦਿੱਤਾ ਗਿਆ, ਉਹਦੇ ਗਿਆਨ ਇੰਦਰੀ ਕਰਮ ਇੰਦਰੀ ਵੱਖਰੇ ਨੇ। ਇਹ ਜਿਹੜਾ ਸਰੀਰ ਹੈ, ਇਹ ਸਰੀਰ ਵੱਖਰਾ ਹੈ, ਦ੍ਰਿਸ਼ਟ ਮਨ ਉਹ ਸੂਖਮ ਹੈ। ਹੁਣ ਉਹਨੂੰ ਫਿਰ ਇਹਦੇ ਨਾਲ ਜੋੜਿਆ ਜਾਂਦਾ ਸਰੀਰ ਦੇ ਵਿੱਚ, ਉਹਦੇ ਨਾਲ ਜੋੜ ਕੇ ਇਹਦੇ ਨਾਲ ਫਿਰ ਇੱਧਰ ਸੰਜੋਗ ਕੀਤਾ, ਜਿਹਨੂੰ ਮਹਾਰਾਜ ਕਹਿੰਦੇ ਮੂਲ ਦੁਆਰੇ ਬੰਨ੍ਹਿਆ ਬੰਧ। ਵੀ ਜਿੱਥੇ ਆਪਣੀ ਇਹ ਨਾਭੀ ਤੋਂ ਥੱਲੇ ਧਰਨ, ਇਹਨਾਂ ਦਾ ਆਪਸ ਵਿੱਚ ਸੰਜੋਗ ਕੀਤਾ ਹੋਇਆ। ਸੰਜੋਗ ਇਹਦੇ ਨਾਲ ਹੋਣ ਕਰਕੇ ਤਾਂਹੀਓ ਅਸੀਂ ਇਹਦੇ ਵਿੱਚ ਆ ਕੇ ਪ੍ਰਵੇਸ਼ ਹੋ ਜਾਂਦੇ। ਜਿਵੇਂ ਆਪਾਂ ਪਏ ਵੀ ਹਾਂ, ਸੁੱਤੇ ਪਏ ਹਾਂ, ਆਪਾਂ ਨੂੰ ਕੋਈ ਆਵਾਜ਼ ਮਾਰੇਗਾ, ਆਪਾਂ ਇੱਥੋਂ ਹੀ ਇਹਦੇ ਵਿੱਚ ਪ੍ਰਵੇਸ਼ ਹੋ ਜਾਂਗੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਖੇਲ ਹੈ। ਸਾਡੇ ਮਨ ਨੂੰ ਧਨ ਦਿੱਤਾ ਜਾਂਦਾ ਸਵਾਸੰਤ, ਵੀ ਤੈਨੂੰ ਇੰਨਾ ਧਨ ਦਿੱਤਾ ਖੇਲਣ ਵਾਸਤੇ, ਤੂੰ ਜਾਣਾ ਤੇ ਮਾਤ ਲੋਕ ਦੇ ਵਿੱਚ ਖੇਲਣਾ। ਹੁਣ ਜਿਉਂ ਹੀ ਮਨ ਇੱਧਰ ਆਉਂਦਾ ਹੈ, ਇਹ ਸਰੀਰ ਦੇ ਵਿੱਚ ਆ ਕੇ ਪ੍ਰਵੇਸ਼ ਹੁੰਦਾ ਤੇ ਇਹ ਗਿਆਨ ਇੰਦਰੀ ਕਰਮ ਕਰਨਾ ਸ਼ੁਰੂ ਕਰ ਦਿੰਦੇ। ਤੇ ਇੱਧਰ ਜਿਹੜਾ ਇਹ ਖੇਲ ਹੈ, ਖੇਲ ਸ਼ੁਰੂ ਹੋ ਜਾਂਦਾ। ਜਿਉਂ ਹੀ ਅਸੀਂ ਇੱਧਰ ਆ ਕੇ ਬੋਲਣਾ ਸ਼ੁਰੂ ਕੀਤਾ, ਉਹ ਸਾਰਾ ਕੁਝ ਸਾਡਾ ਲਿਖਿਆ ਜਾਣਾ। ਜਿਉਂ ਹੀ ਅਸੀਂ ਮੁੱਖ ਰਾਹੀਂ ਬੋਲੇ, ਕਿਹੜੇ ਹੱਟ ਤੇ ਬੋਲੇ, ਉਹ ਸਾਡਾ ਲਿਖਿਆ ਜਾਣਾ। ਜਿਉਂ ਹੀ ਦੇਖਣਾ ਸ਼ੁਰੂ ਕੀਤਾ, ਸਾਡਾ ਉਹ ਲਿਖਿਆ ਜਾਣਾ ਵੀ ਅਸੀਂ ਕੀ ਦੇਖ ਰਹੇ ਹਾਂ। ਜਿਉਂ ਹੀ ਅਸੀਂ ਸੁਣਨਾ ਸ਼ੁਰੂ ਕੀਤਾ, ਸਾਡਾ ਉਹ ਲਿਖਿਆ ਜਾਣਾ। ਜਾਣੀ ਦੀ ਜੋ ਵੀ ਅਸੀਂ ਇਸ ਲੋਕ 'ਚ ਕਰਦੇ ਹਾਂ, ਉਹ ਸਾਰਾ ਸਾਡਾ ਲੇਖੇ ਵਿੱਚ। ਚੇਤਰ ਗੋਬਿੰਦ ਦੀ ਡਿਊਟੀ ਲਾ ਦਿੱਤੀ, ਉਹਨਾਂ ਨੇ ਧਰਮ ਰਾਏ ਨੂੰ ਰਿਪੋਰਟ ਦੇਣੀ ਵੀ ਮਨ ਹੁਣ ਕਿਤੇ ਇਹ ਧਨ ਖਰਚ ਕਰਦਾ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਜਿਉਂ ਹੀ ਇੱਧਰ ਆਉਣਾ, ਸਾਡਾ ਲੇਖਾ ਸ਼ੁਰੂ ਹੋ ਜਾਣਾ। ਲੇਖੇ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਵਾਟ ਚਲਾਈਏ, ਲੇਖੇ ਸੁਣ ਵਿਖਾਓ, ਲੇਖੇ ਸਾਹ ਲਵਾਈਏ, ਪੜ੍ਹੇ ਕੇ ਪੁੱਛਣ ਜਾਓ। ਵੀ ਇਹ ਸਾਨੂੰ ਕਿਸੇ ਪੜ੍ਹਿਆਂ ਲਿਖਿਆਂ ਤੋਂ ਪੁੱਛਣ ਦੀ ਲੋੜ ਨਹੀਂ ਹੈ। ਇਹ ਤਾਂ ਸਾਨੂੰ ਸਾਡੇ ਮਾਤਾ ਪਿਤਾ ਨੇ ਧਨ ਦਿੱਤਾ ਸਵਾਸਾਂ ਦਾ, ਤੇ ਸਾਤੋਂ ਹੀ ਵਾਪਸੀ ਤੇ ਹਿਸਾਬ ਲਿਆ ਜਾਣਾ।
ਵੀ ਕਿੱਥੇ ਕਿੱਥੇ ਧਨ ਸੀ ਜਿਹੜਾ ਉਹ ਖਰਚ ਕਰਕੇ ਆਏ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਚਿੱਤਰਗੁਪਤ ਨੇ ਵੀ ਲਿਖਣਾ ਤੇ ਸਾਡੇ ਮਨ ਨੇ ਵੀ ਲਿਖਣਾ। ਸਾਡੇ ਮਨ ਨੂੰ ਪੱਟੀ ਦਿੱਤੀ ਜਾਂਦੀ, ਕਲਮ ਦਿੱਤੀ ਜਾਂਦੀ ਵੀ ਤੂੰ ਆਪ ਲਿਖ ਕੇ ਲਿਆਉਣ। ਆਪ ਇੱਕ ਪੱਟੀ ਕਲਮ ਆਪ ਉੱਪਰ ਲਿਖ ਵੀ ਤੂੰ। ਏਕੋ ਕਹੀਏ ਨਾਨਕਾ ਦੂਜਾ ਕਾਹੇਕੂ। ਹੁਣ ਇਹ ਕੋਈ ਵਿਰਲੇ ਵਿਰਲੇ ਗੁਰਮੁਖ ਨੇ ਜਿਹੜੇ ਲਿਖਦੇ ਲੇਖਾ, ਨਹੀਂ ਤਾਂ ਜੀਵ ਨੂੰ ਪਤਾ ਹੀ ਨਹੀਂ ਵੀ ਮੈਂ ਲਿਖਣਾ ਕੀ ਹੈ। ਤੇ ਮਹਾਰਾਜ ਸਾਨੂੰ ਕਹਿੰਦੇ ਵੀ ਜੇ ਤੁਸੀਂ ਭੁੱਲ ਗਏ ਹੋ ਲਿਖਣਾ, ਫਿਰ ਤੁਸੀਂ ਗੁਰੂ ਤੋਂ ਪੁੱਛ ਲਿਓ। ਹੁਣ ਜਦੋਂ ਆਪਾਂ ਗੁਰਬਾਣੀ ਗੁਰੂ ਪਾਸੋਂ ਪੁੱਛਦੇ ਹਾਂ ਵੀ ਕੀ ਲਿਖੀਏ, ਸਾਨੂੰ ਦੱਸੋ ਕਿਵੇਂ ਲਿਖੀਏ, ਫਿਰ ਉਹ ਸਾਨੂੰ ਲਿਖਣ ਦੀ ਜਾਚ ਸਿਖਾਉਂਦੇ। ਮਹਾਰਾਜ ਕਹਿੰਦੇ ਵੀ ਤੁਸੀਂ ਲਿਖਣ ਵਾਸਤੇ ਕੀ ਕਰਨਾ ਹੈ, ਵੀ ਜਿਹੜਾ ਮੋਹ ਦਾ ਜਾਲ ਪਿਆ ਹੋਇਆ ਸਾਡੇ ਤੇ, ਉਹ ਜਾਲ ਨੂੰ ਕੱਟ ਕੇ ਵੀ ਉਹਦੀ ਸ਼ਾਹੀ ਬਣਾ ਲੈਣੀ। ਜਾਲ ਮੋਹ ਕਸ ਮਸ ਕਰ, ਵੀ ਉਹ ਜਾਲ ਨੂੰ ਕੱਟ ਕੇ ਉਹਦੀ ਸ਼ਾਹੀ ਬਣਾ ਕੇ ਜਿਹੜਾ ਕਾਗਜ਼ ਹੈ ਉਹ ਮੱਤ ਨੂੰ ਬਣਾਉਣਾ। ਮੱਤ ਕਾਗਜ਼ ਕਰ ਸਾਰ, ਤੇ ਭਾਵ ਦੀ ਕਲਮ ਬਣਾਉਣੀ। ਭਾਵ ਕਲਮ ਕਰ ਚਿੱਤ ਲਿਖਾਰੀ, ਚਿੱਤ ਨਾਲ ਲਿਖਣਾ। ਲਿਖਣਾ ਕੀ, ਗੁਰ ਪੁੱਛ ਲਿਖ ਵਿਚਾਰ। ਗੁਰੂ ਨੂੰ ਪੁੱਛ ਕੇ ਵਿਚਾਰ ਲਿਖਣੀ। ਕੀ ਲਿਖਣਾ, ਲਿਖ ਨਾਮ ਸਲਾਹ, ਲਿਖ ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਵੀ ਅਸੀਂ ਗੁਰੂ ਨੂੰ ਪੁੱਛ ਕੇ ਲਿਖਣਾ। ਵੀ ਕੀ ਲਿਖਣਾ, ਮਾਲਕ ਦੀ ਸਿਫਤ ਸਲਾਹ, ਉਹਦੀ ਵਡਿਆਈ ਲਿਖਣੀ। ਆਪਦੇ ਮਨ ਦੇ ਹਿਰਦੇ ਦੇ ਉੱਤੇ, ਜਿਵੇਂ ਭਗਤਾਂ ਨੇ ਆਖਿਆ ਮੇਰੀ ਪਟੀਆ ਲਿਖ ਦਿਓ ਸ਼੍ਰੀ ਗੋਪਾਲ। ਵੀ ਮੇਰੇ ਮਨ ਦੀ ਪੱਟੀ ਤੇ ਪਰਮਾਤਮਾ ਦਾ ਨਾਮ ਲਿਖ ਦਿਓ। ਹੁਣ ਮਹਾਰਾਜ ਕਹਿੰਦੇ ਵੀ ਜੇ ਅਸੀਂ ਭੁੱਲ ਗਏ ਤੇ ਗੁਰੂ ਤੋਂ ਪੁੱਛ ਕੇ ਅਸੀਂ ਲਿਖ ਸਕਦੇ। ਹੁਣ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਇਹ ਸਤ ਸੰਗਤ, ਸਤਿਗੁਰ ਦਾ ਸਕੂਲ ਹੈ, ਜਿੱਥੇ ਆ ਕੇ ਫਿਰ ਅਸੀਂ ਇਹ ਸਿੱਖਿਆ ਲੈਣੀ, ਇਹ ਸੋਝੀ ਲੈਣੀ ਬਈ ਕਿਵੇਂ ਖੇਲ ਚੱਲਦਾ, ਕੀ ਖੇਲ ਹੈ, ਤੇ ਕਿਵੇਂ ਅਸੀਂ ਇਹ ਖੇਲ ਨੂੰ ਹਾਰਦੇ ਹਾਂ ਤੇ ਕਿਵੇਂ ਹੁਣ ਅਸੀਂ ਜਿੱਤ ਸਕਦੇ। ਹੁਣ ਇਹ ਖਾਇਲ ਨੂੰ ਅਸੀਂ ਤਾਂ ਹਾਰਦੇ ਹਾਂ ਜਦੋਂ ਅਸੀਂ ਇੱਧਰ ਆ ਕੇ ਦੁਬਦਾ 'ਚ ਪੈ ਜਾਂਦੇ। ਜਦੋਂ ਅਸੀਂ ਵੈਰ ਵਿਰੋਧ 'ਚ ਚਲੇ ਜਾਂਦੇ ਫਿਰ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰਦੇ ਹਾਂ। ਜਨਮ ਪਦਾਰਥ ਦੁਬਦਾ ਖੋਵੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ, ਜੇ ਤੁਸੀਂ ਜੀਵਨ ਦੀ ਬਾਜੀ ਨੂੰ ਜਿੱਤਣਾ ਚਾਹੁੰਦੇ ਫਿਰ ਤੁਸੀਂ ਇਹ ਪ੍ਰੇਮ ਦੇ ਮਾਰਗ ਤੇ ਚੱਲੋ। ਫਿਰ ਤੁਸੀਂ ਸੰਤ ਮਾਰਗ ਦੇ ਉੱਤੇ ਚੱਲੋ। ਸੰਤਾਂ ਦਾ ਜਿਹੜਾ ਮਾਰਗ ਹੈ ਉਹ ਪਿਆਰ ਦਾ ਰਸਤਾ, ਲਿਵ ਦਾ ਮਾਰਗ। ਜਿਹੜੇ ਫਿਰ ਇਸ ਮਾਰਗ ਦੇ ਉੱਤੇ ਚੱਲਦੇ ਉਹਨਾਂ ਨੂੰ ਵਡਭਾਗੀ ਆਖੇ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਹੁਣ ਆਪਾਂ ਨੂੰ ਫਿਰ ਇਸ ਲਈ ਕਹਿੰਦੇ ਤੁਸੀਂ ਸੰਤ ਮਾਰਗ ਤੇ ਚੱਲੋ ਜੇ ਤੁਸੀਂ ਜੀਵਨ ਦਾ ਲਾਹਾ ਖੱਟਣਾ। ਸੰਤ ਮਾਰਗ ਤੇ ਚੱਲਣ ਵਾਸਤੇ ਸਾਨੂੰ ਸੰਤਾਂ ਦਾ ਵਚਨ ਮੰਨਣਾ ਪੈਂਦਾ। ਸੰਤਾਂ ਦਾ ਜੇ ਅਸੀਂ ਵਚਨ ਮੰਨਾਂਗੇ ਤੇ ਅਸੀਂ ਫਿਰ ਆਪਦੇ ਜੀਵਨ ਦਾ ਲਾਹਾ ਕੱਟ ਲਾਂਗੇ। ਅਸੀਂ ਇਹ ਸੰਸਾਰ ਸਾਗਰ ਭਵ ਸਾਗਰ ਤੋਂ ਪਾਰ ਹੋ ਜਾਵਾਂਗੇ ਤੇ ਅਸੀਂ ਖੇਲ ਨੂੰ ਜਿੱਤ ਕੇ ਆਪਦੇ ਘਰ ਚਲੇ ਜਾਵਾਂਗੇ, ਸਦਾ ਵਾਸਤੇ ਅਮਰ ਹੋ ਜਾਵਾਂਗੇ। ਇਸ ਲਈ ਮਹਾਰਾਜ ਫਰਮਾਉਂਦੇ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਬਈ ਜੇ ਅਸੀਂ ਸੰਤਾਂ ਦਾ ਬਚਨ ਕਮਾਈਏ ਤੇ ਅਸੀਂ ਤਰ ਜਾਂਦੇ। ਸੰਤ ਸਾਨੂੰ ਬਚਨ ਕੀ ਕਰਦੇ, ਉਹ ਸਾਨੂੰ ਇਹੀਓ ਕਹਿੰਦੇ ਵੀ ਸਿਮਰਨ ਕਰੋ।
ਉਹਨਾਂ ਨੇ ਆਪ ਵੀ ਸਿਮਰਨ ਕਰਨਾ ਅਤੇ ਸਾਨੂੰ ਵੀ ਕਰਾਉਣਾ। ਇਹ ਉਹਨਾਂ ਦੀ ਡਿਊਟੀ ਹੈ। ਮਹਾਰਾਜ ਫਰਮਾਉਂਦੇ ਸਾਜਨ ਸੰਤ ਕਰੋ ਹੀ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ 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 ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਉਹਨਾਂ ਨੇ ਆਪ ਵੀ ਜਪਣਾ ਅਤੇ ਆਪਾਂ ਨੂੰ ਵੀ ਜਪਾਉਣਾ। ਇਸ ਲਈ ਮਹਾਰਾਜ ਕਹਿੰਦੇ ਵੀ ਸੇਵਾ ਵਾਸਤੇ ਇਹ ਦੋਵੇਂ ਭਲੇ, ਇੱਕ ਸੰਤ ਅਤੇ ਇੱਕ ਰਾਮ ਪਰਮਾਤਮਾ। ਪਰਮਾਤਮਾ ਨੇ ਸਾਨੂੰ ਜੀਵਨ ਮੁਕਤ ਕਰਨਾ ਅਤੇ ਸੰਤਾਂ ਨੇ ਸਾਨੂੰ ਨਾਮ ਜਪਾਉਣਾ ਹੁੰਦਾ। ਜਿਸ ਨਾਮ ਨੂੰ ਜਪ ਕੇ ਅਸੀਂ ਜੀਵਨ ਮੁਕਤ ਹੋਣਾ। ਸਤਿਗੁਰੂ ਇਸ ਲਈ ਫਰਮਾਉਂਦੇ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸੰਤਾਂ ਨੇ ਸਾਨੂੰ ਸਿਮਰਨ 'ਤੇ ਲਾਉਣਾ ਅਤੇ ਮਾਲਕ ਨੇ ਸਾਨੂੰ ਜੀਵਨ ਮੁਕਤ ਕਰਨਾ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਬਚਨ ਮੰਨਾਂਗੇ ਸੰਤਾਂ ਦਾ, ਗੁਰੂ ਸਾਹਿਬਾਨਾਂ ਦਾ, ਅਤੇ ਅਸੀਂ ਤਰ ਜਾਂਗੇ। ਹੁਣ ਬਚਨ ਸਾਨੂੰ ਕੀ ਕਰਦੇ ਵੀ ਸਿਮਰਨ ਕਰ। ਆਓ ਹੁਣ ਜੋ ਸਾਨੂੰ ਬਚਨ ਕਹਿ ਰਹੇ ਵੀ ਸਿਮਰਨ ਕਰੋ, ਆਪਾਂ ਇਹਨਾਂ ਦਾ ਕਹਿਣਾ ਮੰਨੀਏ ਤਾਂ ਕਿ ਆਪਾਂ ਇਹ ਭਵ ਸਾਗਰ, ਸੰਸਾਰ ਸਾਗਰ ਤੋਂ ਪਾਰ ਹੋ ਜਾਈਏ, ਆਪਾਂ ਸਦਾ ਵਾਸਤੇ ਸੁਖੀ ਹੋ ਜਾਈਏ। ਆਓ ਹੁਣ ਜੋ ਸਤਿਗੁਰੂ ਇਹ ਸਾਸ ਗਿਰਾਸ ਆਪਾਂ ਨੂੰ ਸਿਮਰਨ ਅਭਿਆਸ ਦੱਸ ਰਹੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਸਿਮਰਨ ਕਰਦੇ, ਨਾਲ ਨਾਲ ਆਪਾਂ ਸਾਧ ਸੰਗਤ ਕਰਦੇ, ਫਿਰ ਅਸੀਂ ਇਹ ਸੰਤ ਮਾਰਗ ਤੇ ਚੱਲਦੇ। ਸੰਤ ਮਾਰਗ ਤੇ ਚੱਲਣ ਵਾਸਤੇ ਸਾਨੂੰ ਦੁਬਦਾ, ਬੈਰ ਵਿਰੋਧ, ਲੜਾਈਆਂ ਝਗੜੇ ਛੱਡਣਾ ਪੈਂਦਾ, ਨਿੰਦਿਆ ਚੁਗਲੀ ਇਹ ਛੱਡਣੀ ਪੈਂਦੀ। ਫਿਰ ਸਾਨੂੰ ਨਾਲ ਨਾਲ ਇਹ ਗਿਆਨ ਦਿੱਤਾ ਜਾਂਦਾ ਵੀ ਕਿਹੜੀਆਂ ਚੀਜ਼ਾਂ ਕਰਕੇ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਅਸੀਂ ਮਾਲਕ ਤੋਂ ਦੂਰ ਹਾਂ। ਫਿਰ ਅਸੀਂ ਕਿਹੜੀਆਂ ਕਿਹੜੀਆਂ ਰੀਤਾਂ ਰੱਖਣੀਆਂ, ਉਹ ਫਿਰ ਸਾਨੂੰ ਸਾਰਾ ਭੇਦ ਦਿੱਤਾ ਜਾਂਦਾ। ਜਿਵੇਂ ਹੁਣ ਜੀਵ ਰੋਗੀ ਹੈ, ਉਹ ਵੈਦ ਕੋਲ ਜਾਂਦਾ ਹੈ, ਵੈਦ ਉਹਨੂੰ ਦਾਰੂ ਦਿੰਦਾ ਹੈ ਅਤੇ ਨਾਲ ਉਹ ਪਰਹੇਜ਼ ਦੱਸਦਾ। ਡਾਕਟਰ ਕੋਲ ਆਪਾਂ ਜਾਂਦੇ, ਉਹਨੇ ਦਵਾਈ ਦੇਣੀ ਅਤੇ ਨਾਲ ਪਰਹੇਜ਼ ਦੱਸਣੇ ਵੀ ਆਹ ਚੀਜ਼ਾਂ ਤੁਸੀਂ ਖਾਣੀਆਂ। ਹੁਣ ਜੇ ਜੀਵ ਦਵਾਈ ਬਣਾ ਲਵੇ ਅਤੇ ਉਹ ਜਿਹੜੀਆਂ ਰੀਤਾਂ ਦੱਸਦਾ, ਪਰਹੇਜ਼ ਦੱਸਦਾ, ਉਹ ਪਰਹੇਜ਼ ਬਣਾ ਰੱਖੇ, ਫਿਰ ਉਹਨੂੰ ਆਰਾਮ ਨਹੀਂ ਆ ਸਕਦਾ, ਉਹਦਾ ਰੋਗ ਠੀਕ ਨਹੀਂ ਹੋ ਸਕਦਾ। ਔਰ ਇਸੇ ਤਰ੍ਹਾਂ ਹੀ ਸਾਨੂੰ ਫਿਰ ਸਮਝਾਉਂਦੇ ਭਾਈ ਗੁਰਦਾਸ ਜੀ, ਪੁੱਛਤ ਹੈ ਵੈਦ ਖਾਤ ਔਖਦ ਨ ਸੰਜਮ ਸੀ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਬਈ ਜੇ ਹੁਣ ਅਸੀਂ ਔਖਦ ਹੁੰਦਾ ਦਾਰੂ, ਜੇ ਹੁਣ ਉਹ ਅਸੀਂ ਦਾਰੂ ਲਈਏ ਨਾ ਅਤੇ ਸੰਜਮ ਰੱਖੀਏ ਨਾ, ਫਿਰ ਸਾਡੇ ਮਨ ਦੇ ਰੋਗ ਕਿਵੇਂ ਮਿਟਣ ਅਤੇ ਕਿਵੇਂ ਸਹਿਜ ਵਿੱਚ ਸਮਾਵੇ, ਕਿਵੇਂ ਸੁਖੀ ਹੋਵੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ, ਫਿਰ ਤੁਸੀਂ ਇਹ ਸਿਮਰਨ ਅਭਿਆਸ ਕਰੋ ਅਤੇ ਨਾਲ ਨਾਲ ਜੋ ਸਾਨੂੰ ਰਹਿਤਾਂ ਦੱਸਦੇ ਵੀ ਉਹ ਰਹਿਤਾਂ ਰੱਖੋ। ਕਿਸੇ ਦੀ ਨਿੰਦਿਆ ਨਾ ਕਰੋ, ਨਾ ਸੁਣੋ। ਹਉਮੈ ਤੋਂ ਮਨ ਨੂੰ ਰਹਿਤ ਰੱਖੋ। ਲੋਕ ਲੱਜਾ ਤੋਂ ਉੱਪਰ ਉੱਠ, ਲੋਕ ਲੱਜਾ ਤੋਂ ਉੱਪਰ ਉੱਠ ਕੇ ਮਾਲਕ ਦਾ ਸਿਮਰਨ ਕਰੋ, ਉਹਦੇ ਗੁਣ ਗਾਓ। ਹਉਮੈ ਤੋਂ ਮਨ ਨੂੰ ਰਹਿਤ ਰੱਖੋ ਅਤੇ ਐਸੀ ਅਵਸਥਾ 'ਚ ਰਹੋ ਸੰਸਾਰ 'ਚ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਬਈ ਅਸੀਂ ਸਭ ਤੋਂ ਮਾੜੇ, ਸਭ ਤੋਂ ਸਾਰੇ ਚੰਗੇ ਨੇ ਜੀ। ਜਿਹੜਾ ਮਨ ਇਸ ਅਵਸਥਾ 'ਚ ਆ ਗਿਆ, ਉਹਨੂੰ ਸਤਿਗੁਰੂ ਕਹਿੰਦੇ ਵੀ ਇਹ ਸਾਡਾ ਮਿੱਤਰ ਹੈ। ਮਾਰੇ ਫਰਮਾਉਂਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹੁਣ ਇਹ ਮਨ ਹੈ ਜਿਹੜਾ ਗੱਲਾਂ ਬਾਤਾਂ ਨਾਲ ਨਹੀਂ ਮਨ ਨਹੀਂ ਹੁੰਦਾ, ਉਹਦੇ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ, ਨਾਲ ਨਾਲ ਸਾਧ ਸੰਗਤ ਕਰਨੀ ਪੈਂਦੀ, ਗੁਰੂ ਦੀ ਮੱਤ ਲੈਣੀ ਪੈਂਦੀ, ਫਿਰ ਇਹ ਨਿਮਾਣਾ ਹੁੰਦਾ, ਫਿਰ ਇਹ ਨੀਵਾਂ ਹੁੰਦਾ। ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਸਹਿਜ ਵਿੱਚ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਇਹ ਆਪਾਂ ਸਤ ਸੰਗਤ ਕਰਨਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਅਤੇ ਜੋ ਆਪਣੇ ਸਾਰਿਆਂ ਵਾਸਤੇ ਸਾਂਝਾ ਸਥਾਨ ਬਣਾਏ,
ਬਈ ਜਿਨ੍ਹਾਂ ਦੇ ਮਨ ਦੇ ਵਿੱਚ ਚਾਅ ਹੈ ਪਰਮਾਤਮਾ ਵਾਹਿਗੁਰੂ ਨੂੰ ਮਿਲਣ ਦਾ, ਜਿਹੜੇ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ, ਵੀ ਉਹ ਫਿਰ ਉਸ ਸਥਾਨ 'ਤੇ ਆ ਸਕਦੇ। ਜਿਸ ਵਰਤਾਏ ਮਹਾਰਾਜ ਕਹਿੰਦੇ, ਕਰ ਮਿਹਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ। ਬਈ ਮੇਰੇ ਮਨ ਦੇ ਵਿੱਚ ਚਾਅ ਹੈ ਪਰਮਾਤਮਾ ਨੂੰ ਮਿਲਣ ਦਾ, ਵਾਹਿਗੁਰੂ ਨੂੰ ਮਿਲਣ ਦਾ, ਅਤੇ ਆਪਣੇ ਵਾਸਤੇ ਫਿਰ ਉਹ ਸਾਰਿਆਂ ਲਈ ਸਥਾਨ ਬਣਾਇਆ ਹੈ ਵੀ ਜਿਨ੍ਹਾਂ ਦੇ ਮਨ 'ਚ ਚਾਅ ਹੈ ਆਓ ਅਤੇ ਆ ਕੇ ਜੀਵਨ ਦਾ ਲਾਹਾ ਖੱਟੋ। ਕੱਲ੍ਹ ਨੂੰ ਸ਼ਨੀਵਾਰ, ਅਤੇ ਹਰੇਕ ਸ਼ਨੀਵਾਰ ਜੋ ਸਮਾਗਮ ਹੁੰਦਾ ਹੈ, ਅਤੇ ਆਪਾਂ ਵਿਚਾਰ ਕੀਤੀ ਵੀ ਆਪਾਂ ਹਰੇਕ ਸ਼ਨੀਵਾਰ ਚੱਲਿਆ ਕਰਾਂਗੇ। ਕੱਲ੍ਹ ਨੂੰ ਆਪਾਂ ਫਿਰ ਜਾਣਾ ਸਾਰਿਆਂ ਨੇ, ਅਤੇ ਜੋ ਆਪਾਂ ਨੂੰ ਗੁਰਬਾਣੀ ਗੁਰੂ ਸਮਝਾ ਰਹੇ ਉਹੀਓ ਆਪਾਂ ਨੂੰ ਗੁਰਮੁਖ ਪਿਆਰੇ ਸਮਝਾਉਣਗੇ, ਢਾਡੀ ਵਾਰਾਂ ਰਾਹੀਂ, ਕਵੀਸ਼ਰੀ ਰਾਹੀਂ, ਕੀਰਤਨ ਰਾਹੀਂ ਅਤੇ ਅਕਥ ਕਹਾਣੀ, ਜੋ ਸਤਿਗੁਰੂ ਆਪਾਂ ਨੂੰ ਮਾਲਕ ਨੂੰ ਮਿਲਾਪ ਦਾ ਰਸਤਾ ਦੱਸਦੇ। ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਉਹ ਰਸਤਾ ਦੱਸਣਗੇ, ਅਤੇ ਆਪਾਂ ਫਿਰ ਇਹ ਰਸਤੇ 'ਤੇ ਚੱਲਣਾ ਅਤੇ ਆਪਦਾ ਜੀਵਨ ਸਫਲ ਕਰਨਾ। ਸੋ ਕੱਲ੍ਹ ਨੂੰ ਸਾਰੇ ਗੁਰਮੁਖ ਸਮੇਂ ਸਿਰ 5 ਵਜੇ ਸਮੇਂ ਸਿਰ ਪਹੁੰਚਣ ਦੀ ਸਾਰਿਆਂ ਨੇ ਕਿਰਪਾਲਤਾ ਕਰਨੀ, ਅਤੇ ਹੋਰ ਵੀ ਗੁਰਮੁਖਾਂ ਨੂੰ ਦੱਸਿਆ ਕਰੋ, ਚਾਹੇ ਆਪਣੇ ਪਰਿਵਾਰ ਦੇ ਮੈਂਬਰ ਨੇ, ਚਾਹੇ ਹੋਰ ਆਪਣੇ ਸੰਗੀ ਸਾਥੀ ਨੇ, ਤਾਂ ਕਿ ਉਹ ਵੀ ਸੰਗਤ ਕਰਨ ਅਤੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਅਸੀਂ ਸੰਸਾਰ 'ਚ ਕੀ ਕਰਨ ਵਾਸਤੇ ਆਏ, ਸਾਡਾ ਇੱਥੇ ਆਉਣ ਦਾ ਕੀ ਮਕਸਦ, ਕੀ ਮਨੋਰਥ ਹੈ, ਕਿਹਨੇ ਸਾਨੂੰ ਭੇਜੇ ਹੈ, ਤਾਂ ਕਿ ਉਹ ਸੰਗਤ ਕਰਕੇ, ਸਿਮਰਨ ਕਰਕੇ ਆਪਦਾ ਜਿਹੜਾ ਜੀਵਨ ਉਹ ਜੀਵਨ ਸਫਲ ਕਰ ਸਕਣ। ਇਹੋ ਸਭ ਤੋਂ ਵੱਡਾ ਪਰਉਪਕਾਰ, ਸਭ ਤੋਂ ਵੱਡਾ ਦਾਨ, ਜਿਹੜਾ ਆਪਾਂ ਕਹਿੰਦੇ ਹਾਂ ਨਾ ਵੀ ਪੁੰਨ ਦਾਨ ਕਰਨਾ ਚਾਹੀਦਾ ਜੀ, ਇਹ ਸਭ ਤੋਂ ਵੱਡਾ ਪੁੰਨ ਦਾਨ ਹੈ। ਕਿਸੇ ਜੀਵ ਨੂੰ ਸੰਗਤ ਦੇ ਵਿੱਚ ਲੈ ਕੇ ਜਾਣਾ, ਕਿਸੇ ਨੂੰ ਸਿਮਰਨ ਅਭਿਆਸ 'ਤੇ ਲਾਉਣਾ, ਕਿਸੇ ਨੂੰ ਸੰਗਤ ਕਰਾਉਣੀ, ਇਹ ਤੋਂ ਵੱਡਾ ਹੋਰ ਕੋਈ ਪੁੰਨ ਦਾਨ ਨਹੀਂ ਹੈ। ਤੁਸੀਂ ਕਿਸੇ ਇੱਕ ਜੀਵ ਨੂੰ ਵੀ ਦੱਸਿਆ, ਉਹ ਕਹਿਣ 'ਤੇ ਤੁਹਾਡੇ ਸਿਮਰਨ ਕਰਨ ਲੱਗ ਗਏ, ਸੰਗਤ 'ਚ ਚਲਾ ਗਿਆ, ਸਮਝ ਲਓ ਆਪਾਂ ਨੂੰ ਵੀ ਜਿਹੜੇ 68 ਤੀਰਥਾਂ ਦਾ ਇਸ਼ਨਾਨ ਦਾ ਜਿਹੜਾ ਫਲ ਸੀ ਉਹਦੀ ਸਾਨੂੰ ਪ੍ਰਾਪਤੀ ਹੋ ਜਾਂਦੀ। ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦੇ ਆਪਰਵਾਨ, ਵੀ ਤੁਸੀਂ ਉਹ ਜੀਵ 'ਤੇ ਦਇਆ ਕੀਤੀ, ਉਹਨੂੰ ਸਮਝਾਇਆ, ਉਹਨੂੰ ਸਿਮਰਨ ਕਰਨ 'ਤੇ ਲਾਇਆ, ਉਹਨੂੰ ਸਤਸੰਗ 'ਚ ਲੈ ਕੇ ਗਏ, ਉਹਦੇ ਮਨ ਨੂੰ ਸ਼ਾਂਤੀ ਆਈ, ਉਹਦੇ ਮਨ ਨੂੰ ਸੁੱਖ ਮਿਲਿਆ। ਸੋ ਇਸ ਵਾਸਤੇ ਇਹ ਕੀਤਾ ਹੋਇਆ ਦਾਨ, ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਹੈ। ਸੋ ਇਸ ਲਈ ਆਪਾਂ ਸੰਗਤ ਆਪ ਵੀ ਕਰਨੀ ਅਤੇ ਆਪਾਂ ਦਾਨ ਵੀ ਕਰਨਾ, ਵੀ ਹੋਰ ਵੀ ਜੀਵਾਂ ਨੂੰ ਪ੍ਰੇਰਨਾ ਵੀ, ਤਾਂ ਕਿ ਉਹ ਵੀ ਸਿਮਰਨ ਕਰਨ ਅਤੇ ਸੰਗਤ ਕਰਨ। ਸੋ ਇੰਨੀਆਂ ਹੀ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿ